ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਭਾਰੇ ਦੇ ਨਾਲ ਉਡਾਨਾਂ ਦੇ ਉੱਪਰ ਫੇਰ ਲੱਗੀ ਰੋਕ। 31 ਜੁਲਾਈ ਤੱਕ ਉਡਾਨਾਂ ਕੀਤੀਆਂ ਬੰਦ। ਕੈਨੇਡਾ ਅਮਰੀਕਾ ਬਾਰਡਰ ਰਹੇਗਾ ਬੰਦ। ਜੁਲਾਈ ਸ਼ੁਰੂ ਤੱਕ ਬਾਰਡਰ ਰਹਿ ਸਕਦਾ ਹੈ ਬੰਦ। 3 ਥਾਵਾਂ ਦੇ ਉੱਪਰ ਪੁਲਿਸ ਦੀ ਕਾਰਵਾਈ। ਹੱਥ ਲੱਗਾ ਵੱਡੀ ਮਾਤਰਾ ਦੇ ਵਿੱਚ ਨਸ਼ਾ, ਹਥਿਆਰ ਅਤੇ ਨਕਦੀ। ਕੈਨੇਡਾ ਦੇ ਵਿੱਚ ਕੁਝ ਸਾਲਾਂ ਦੌਰਾਨ ਵਧੇਗੀ ਆਬਾਦੀ ਵਧਣ ਦੇ ਨਾਲ ਘਟ ਰਹੀ ਰਹਿਣ ਦੀ ਜਗ੍ਹਾ। ਮੈਨੀਟੋਬਾ ਨੇ ਦਿੱਤੀ ਪਾਬੰਦੀਆਂ ਦੇ ਵਿੱਚ ਰਾਹਤ। ਸਾਂਝਾ ਕੀਤਾ ਢਿੱਲ ਦੇਣ ਦਾ ਪਲਾਨ। ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਸ਼ੁਰੂ ਕਰਨ ਸੰਬੰਧੀ ਉਮੀਦ ਜਗਾ ਕੇ ਝਟਕਾ ਦਿੱਤਾ ਗਿਆ। ਪਹਿਲਾਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਏਅਰ ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ 22 ਜੂਨ ਤੋਂ ਬਾਅਦ ਭਾਰਤ ਦੇ ਨਾਲ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਪਰ ਹੁਣ ਆਫੀਸ਼ੀਅਲ ਅਕਾਊਂਟ ਦੇ ਮਾਧਿਅਮ ਦੇ ਰਾਹੀਂ ਉਹਨਾਂ ਨੇ ਦੱਸਿਆ ਹੈ ਕਿ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ 31 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਕੈਨੇਡਾ ਵੱਲੋਂ ਭਾਰਤ ਦੇ ਨਾਲ ਜਿਹੜੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ, ਇਸ ਨੂੰ ਏਅਰ ਕੈਨੇਡਾ ਵੱਲੋਂ 31 ਜੁਲਾਈ ਤੱਕ ਵਧਾ ਦਿੱਤਾ ਹੈ। ਜੀ ਹਾਂ, ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਭਾਰਤ ਦੇ ਨਾਲ ਜੁਲਾਈ 31 ਤੱਕ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ। ਇਸ ਦਾ ਐਲਾਨ ਉਹਨਾਂ ਵੱਲੋਂ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਪਰ ਕੀਤਾ ਗਿਆ। ਇਸ ਤੋਂ ਪਹਿਲਾਂ ਏਅਰ ਕੈਨੇਡਾ ਵੱਲੋਂ ਆਪਣੇ ਆਫੀਸ਼ੀਅਲ ਅਕਾਊਂਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਕਿ 22 ਜੂਨ ਤੋਂ ਬਾਅਦ ਭਾਰਤ ਦੇ ਨਾਲ ਉਡਾਨਾਂ ਸ਼ੁਰੂ ਹੋ ਸਕਦੀਆਂ ਨੇ। ਜੋ ਭਾਰਤ ਤੋਂ ਆਉਣ ਵਾਲੀ ਯਾਤਰੀ ਟਵਿੱਟਰ ਅਕਾਊਂਟ ਦੇ ਉੱਪਰ ਉਹਨਾਂ ਤੋਂ ਸਵਾਲ ਪੁੱਛੇ ਸਨ, ਇਸ ਦਾ ਜਵਾਬ ਏਅਰ ਕੈਨੇਡਾ ਵੱਲੋਂ ਦਿੱਤਾ ਜਾ ਰਿਹਾ ਸੀ ਕਿ ਜਲਦ ਹੀ ਭਾਰਤ ਦੇ ਨਾਲ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਪਰ ਹੁਣ ਉਹਨਾਂ ਵੱਲੋਂ ਇਹ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ, ਜਿੱਥੇ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਏਅਰਲਾਈਨ ਵੱਲੋਂ ਜੁਲਾਈ 31 ਤੱਕ ਬੰਦ ਕੀਤੀਆਂ ਜਾ ਰਹੀਆਂ ਨੇ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਡੈਲਟਾ ਵੇਰੀਐਂਟ ਤੋਂ ਬਾਅਦ ਕੈਨੇਡਾ ਨੇ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਇਹ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜੁਲਾਈ ਮਹੀਨੇ ਦੇ ਸ਼ੁਰੂ ਤੋਂ ਹੀ ਕੁਆਰੰਟੀਨ ਖਤਮ ਕੀਤਾ ਜਾ ਰਿਹਾ ਹੈ। ਕੈਨੇਡਾ ਆਉਣ ਵਾਲਿਆਂ ਨੂੰ ਪਹਿਲਾਂ ਹੋਟਲ ਦੇ ਵਿੱਚ ਲਾਜ਼ਮੀ ਕੁਆਰੰਟੀਨ ਅਤੇ ਨਾਲ ਹੀ 14 ਦਿਨਾਂ ਦੇ ਲਈ ਆਈਸੋਲੇਟ ਹੋਣਾ ਪੈਂਦਾ ਸੀ। ਪਰ ਹੁਣ ਜੁਲਾਈ ਸ਼ੁਰੂ ਤੋਂ ਜਿਹੜੇ ਵੀ ਯਾਤਰੀ ਕੈਨੇਡਾ ਆਉਣਗੇ, ਉਹਨਾਂ ਨੂੰ ਨਾ ਤੇ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪਏਗਾ, ਨਾ ਹੀ 14 ਦਿਨਾਂ ਦੇ ਲਈ ਆਈਸੋਲੇਟ ਕਰਨਾ ਪਏਗਾ। ਇਹ ਉਹਨਾਂ ਦੇ ਉੱਪਰ ਲਾਗੂ ਹੋਏਗਾ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਹੋਏ ਨੇ। ਇਸ ਤੋਂ ਬਾਅਦ ਇਹ ਵੀ ਉਮੀਦ ਜਾਗੀ ਸੀ ਕਿ ਕੈਨੇਡਾ ਜਲਦ ਹੀ ਭਾਰਤ ਦੇ ਨਾਲ ਉਡਾਨਾਂ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਸਕਦਾ ਹੈ, ਪਰ ਅਜਿਹਾ ਨਹੀਂ ਹੋ ਸਕਿਆ। ਏਅਰ ਕੈਨੇਡਾ ਨੇ ਕਿਹਾ ਹੈ ਕਿ 31 ਜੁਲਾਈ ਤੱਕ ਭਾਰਤ ਦੇ ਨਾਲ ਫਿਲਹਾਲ ਉਡਾਨਾਂ ਬੰਦ ਰਹਿਣਗੀਆਂ। ਕੈਨੇਡਾ ਅਮਰੀਕਾ ਬਾਰਡਰ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕੈਨੇਡੀਅਨ ਆਫੀਸ਼ੀਅਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੁਲਾਈ ਮਹੀਨੇ ਦੇ ਸ਼ੁਰੂ ਤੱਕ ਕੈਨੇਡਾ US ਬਾਰਡਰ ਬੰਦ ਰਹੇਗਾ। ਮਾਰਚ 2020 ਤੋਂ ਹੀ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਬਾਰਡਰ ਦੇ ਰਾਹੀਂ ਆਉਣ ਜਾਣ ਵਾਲਿਆਂ ਦੇ ਉੱਪਰ ਰੋਕ ਲਗਾਈ ਗਈ ਤੇ ਹੁਣ ਇਸ ਦੇ ਨਾਲ ਸੰਬੰਧੀ ਸ਼ੁੱਕਰਵਾਰ ਨੂੰ ਵੱਡਾ ਐਲਾਨ ਹੋ ਸਕਦਾ ਹੈ। ਕੈਨੇਡਾ ਅਮਰੀਕਾ ਬਾਰਡਰ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਜੁਲਾਈ ਮਹੀਨੇ ਦੇ ਸ਼ੁਰੂ ਤੱਕ ਕੈਨੇਡਾ ਅਮਰੀਕਾ ਬਾਰਡਰ ਬੰਦ ਰਹੇਗਾ। ਜੀ ਹਾਂ, ਕੈਨੇਡੀਅਨ ਆਫੀਸ਼ੀਅਲ ਦਾ ਕਹਿਣਾ ਹੈ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਜੁਲਾਈ ਦੇ ਸ਼ੁਰੂ ਤੱਕ ਫਿਲਹਾਲ ਬਾਰਡਰ ਬੰਦ ਰਹੇਗਾ। ਸਰਕਾਰ ਦੀ ਇਸ ਸਮੇਂ ਪਹਿਲ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ, ਉਹਨਾਂ ਨੂੰ ਯਾਤਰਾ ਸੰਬੰਧੀ ਰਾਹਤ ਦਿੱਤੀ ਜਾਵੇ। ਇਸ ਸਮੇਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਪਰ ਬਾਰਡਰ ਖੋਲ੍ਹਣ ਨੂੰ ਲੈ ਕੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਦੋਨੇ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ ਤੇ ਕਾਫੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਵੀ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ G7 ਮੀਟਿੰਗ ਦੇ ਵਿੱਚ ਵੀ ਬਾਰਡਰ ਦਾ ਮੁੱਦਾ ਅਹਿਮ ਰਹਿਣ ਵਾਲਾ ਹੈ। ਜੋ ਬਾਈਡਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮੁੱਦੇ ਦੇ ਉੱਪਰ ਜਾਣੀ ਕਿ ਬਾਰਡਰ ਖੋਲ੍ਹਣ ਦੇ ਸੰਬੰਧੀ ਵਿਚਾਰ ਕਰ ਸਕਦੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਕੈਨੇਡਾ ਵੱਲੋਂ ਕੋਵਿਡ-19 ਦੇ ਚੱਲਦਿਆਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਰਾਹਤ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਕੁਆਰੰਟੀਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੁਲਾਈ ਮਹੀਨੇ ਦੇ ਸ਼ੁਰੂ ਤੋਂ ਹੀ ਕੈਨੇਡਾ ਦੇ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਤੇ ਇਹ ਡੋਜ਼ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੇ ਹੋਣੇ ਚਾਹੀਦੇ ਨੇ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕੈਨੇਡਾ US ਬਾਰਡਰ ਦੇ ਉੱਪਰ ਅਪਡੇਟ ਸਾਹਮਣੇ ਆ ਸਕਦੀ ਹੈ। ਸਰਕਾਰ ਵੱਲੋਂ ਇਸ ਦੇ ਨਾਲ ਸੰਬੰਧੀ ਐਲਾਨ ਕੀਤਾ ਜਾ ਸਕਦਾ ਹੈ।
ਕੈਨੇਡਾ ਦੀਆਂ 3 ਥਾਵਾਂ ਦੇ ਉੱਪਰ ਪੁਲਿਸ ਨੇ ਕਾਰਵਾਈ ਕੀਤੀ ਹੈ ਜਿੱਥੇ ਭਾਰੀ ਮਾਤਰਾ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ। ਜੀ ਹਾਂ, ਟ੍ਰੈਫਿਕ ਸਟਾਪ ਤੋਂ ਜਾਣੀ ਵੈਲੀ ਦੇ ਟ੍ਰੈਫਿਕ ਸਟਾਪ, ਬਰਨਵੀ ਦੇ ਟ੍ਰੈਫਿਕ ਸਟਾਪ ਅਤੇ ਸਰੀ ਦੇ ਕਲੋਵਰਡੇਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤਾ ਗਿਆ। ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੱਸਾਂਗੇ। ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ ਨੇ। ਇਹ ਨਸ਼ਾ ਸਰੀ ਦੇ ਕਲੋਵਰਡੇਲ, ਬਰਨਵੀ ਅਤੇ ਵੈਲੀ ਦੇ ਟ੍ਰੈਫਿਕ ਸਟਾਪ ਤੋਂ ਬਰਾਮਦ ਕੀਤਾ ਗਿਆ। ਸਰੀ RCMP ਫਰੰਟਲਾਈਨ ਆਫੀਸਰਸ ਦੇ ਵੱਲੋਂ ਵੈਲੀ ਦੇ ਵਿੱਚ ਟ੍ਰੈਫਿਕ ਸਟਾਪ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਸਰੀ RC ਫਰੰਟਲਾਈਨ ਆਫੀਸਰਸ ਦੇ ਵੱਲੋਂ ਜੂਨ 4 ਨੂੰ ਟ੍ਰੈਫਿਕ ਸਟਾਪ ਲਗਾਇਆ ਗਿਆ ਸੀ। ਇਸ ਦੌਰਾਨ ਉਹਨਾਂ ਵੱਲੋਂ 7 ਨਕਲੀ ਹਥਿਆਰ ਅਤੇ ਫੈਂਟਨਲ ਬਰਾਮਦ ਕੀਤੀ ਗਈ। ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਕਿ 7 ਇਮੀਟੇਸ਼ਨ ਫਾਇਰਆਰਮ, ਪਿਸਟਲ ਮੈਗਜ਼ੀਨ, ਸਵਾਰਡ ਅਤੇ ਚਾਕੂ ਬਰਾਮਦ ਕੀਤਾ ਗਿਆ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਈ ਪੈਕੇਟ ਫੈਂਟਨਲ ਦੇ ਬਰਾਮਦ ਕੀਤੇ ਗਏ, ਜਾਣੀ ਕਿ 157 ਗ੍ਰਾਮ ਫੈਂਟਨਲ ਬਰਾਮਦ ਹੋਈ ਹੈ। $250 ਕੈਸ਼ ਵੀ ਬਰਾਮਦ ਕੀਤਾ ਗਿਆ। ਇਸ ਮਾਮਲੇ ਦੇ ਵਿੱਚ 34 ਸਾਲਾ ਸਰੀ ਦੇ ਨਾਲ ਸੰਬੰਧਿਤ ਵਿਅਕਤੀ ਅਤੇ 34 ਸਾਲਾ ਪੋਰਟ ਕੋਕੁਇਟਲਮ ਦੇ ਨਾਲ ਸੰਬੰਧਿਤ ਔਰਤ ਨੂੰ ਮੌਕੇ ਤੋਂ ਰਿਹਾ ਕੀਤਾ ਗਿਆ। ਸਰੀ ਦੇ ਕਲੋਵਰਡੇਲ ਦੇ ਵਿੱਚ ਜੋ ਟ੍ਰੈਫਿਕ ਸਟਾਪ ਲਗਾਇਆ ਗਿਆ ਸੀ ਉੱਥੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਸਰੀ RCMP ਗੈਂਗ ਇਨਫੋਰਸਮੈਂਟ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਜੂਨ 8 ਦਾ ਹੈ। ਇੱਥੇ 176 ਸਟਰੀਟ ਐਂਡ ਫਰੇਜ਼ਰ ਹਾਈਵੇ ਦੇ ਉੱਪਰ ਇੱਕ ਮੋਟਰ ਵਹੀਕਲ ਰੁਕਵਾਇਆ ਗਿਆ। ਇਸ ਦੌਰਾਨ ਡਰਾਈਵਰ ਦੇ ਕੋਲੋਂ ਹਾਲਸਟਰ, 2 ਸਟਾਰਟਰ ਪਿਸਟਲ, ਕੈਨਿਸਟਰ ਆਫ ਬੀਅਰ ਮੇਸ, ਕਈ ਚਾਕੂ ਅਤੇ $1200 ਕੈਸ਼ ਬਰਾਮਦ ਕੀਤਾ ਗਿਆ। ਇਸ ਦੌਰਾਨ ਪਲਾਸਟਿਕ ਦੇ ਬੈਗਸ ਦੇ ਵਿੱਚ ਸਸਪੈਕਟਡ ਇਲਿਸਿਟ ਡਰੱਗ ਵੀ ਬਰਾਮਦ ਹੋਇਆ ਹੈ। 99 ਗ੍ਰਾਮ ਸਸਪੈਕਟਡ ਫੈਂਟਨਲ ਅਤੇ 58 ਗ੍ਰਾਮ ਸਸਪੈਕਟਡ ਮੈਥਮਫੈਟਾਮਾਈਨ ਸੀਜ਼ ਕੀਤੇ ਗਏ। ਡਰਾਈਵਰ ਦੀ ਉਮਰ 47 ਸਾਲ ਦੱਸੀ ਗਈ। ਇਸ ਡਰਾਈਵਰ ਨੂੰ ਮੋਟਰ ਵਹੀਕਲ ਐਕਟ ਆਫੈਂਸਸ ਦੇ ਚੱਲਦਿਆਂ ਵਾਇਓਲੇਸ਼ਨ ਟਿਕਟ ਵੀ ਜਾਰੀ ਕੀਤੀ ਗਈ। ਇਸ ਵਿਅਕਤੀ ਨੂੰ ਕਸਟਡੀ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਤੇ ਇਸ ਦੇ ਉੱਪਰ ਫਿਲਹਾਲ ਕੋਈ ਚਾਰਜ ਨਹੀਂ ਲਗਾਏ ਗਏ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬਰਨਵੀ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਰਨਵੀ RCMP ਵੱਲੋਂ ਹਥਿਆਰ, ਨਸ਼ਾ ਅਤੇ ਕੈਸ਼ ਬਰਾਮਦ ਕੀਤੇ ਗਏ। ਇਸ ਦੌਰਾਨ ਬਰਨਵੀ RCMP ਦੇ ਡਰੱਗ ਸੈਕਸ਼ਨ ਵੱਲੋਂ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਗਿਆ ਤੇ ਕੋਕੁਇਟਲਮ ਦੇ ਨਾਲ ਸੰਬੰਧਿਤ ਇੱਕ ਦੀ ਗ੍ਰਿਫਤਾਰੀ ਕੀਤੀ ਗਈ। RCMP ਦੇ ਹੱਥ $15,000 ਕੈਸ਼, ਹਾਈ ਐਂਡ ਵਹੀਕਲ, ਕਈ ਹਥਿਆਰ ਅਤੇ SKS ਅਸੌਲਟ ਰਾਈਫਲ ਲੱਗੀ ਹੈ। ਜਾਣਕਾਰੀ ਦੇ ਮੁਤਾਬਕ 2 ਜਾਣਿਆਂ ਦੇ ਉੱਪਰ ਨਸ਼ੇ ਅਤੇ ਹਥਿਆਰ ਦੇ ਨਾਲ ਸੰਬੰਧਿਤ ਚਾਰਜ ਲਗਾਏ ਗਏ। ਕੈਨੇਡਾ ਦੇ ਵਿੱਚ ਕੁਝ ਸਾਲਾਂ ਦੇ ਦੌਰਾਨ ਆਬਾਦੀ ਵੱਧ ਹੋਏਗੀ ਪਰ ਇੱਥੇ ਸਵਾਲ ਖੜਾ ਹੋ ਰਿਹਾ ਹੈ ਕਿ ਲੋਕ ਰਹਿਣਗੇ ਕਿੱਥੇ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ ਵਾਧਾ ਹੋਵੇਗਾ ਪਰ ਇਸ ਦੌਰਾਨ ਵੱਡਾ ਸਵਾਲ ਇਹ ਰਹੇਗਾ ਕਿ ਇਹ ਲੋਕ ਕਿਸ ਜਗ੍ਹਾ ਦੇ ਉੱਪਰ ਰਹਿਣਗੇ। ਕੈਨੇਡਾ ਵੱਲੋਂ ਹਾਊਸਿੰਗ ਸ਼ਾਰਟੇਜ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਦੇ ਕਾਰਨ ਹੁਣ ਘਰਾਂ ਦੀ ਕੀਮਤ ਦੇ ਵਿੱਚ ਵਾਧਾ ਵੀ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਘਰ ਖਰੀਦਣ ਵਾਲੇ ਬਾਇਰਸ ਨੇ ਉਹਨਾਂ ਨੂੰ ਖਰੀਦਦਾਰੀ ਦੇ ਦੌਰਾਨ ਕਈ ਚੀਜ਼ਾਂ ਨੂੰ ਲੈ ਕੇ ਸਮਝੌਤਾ ਕਰਨਾ ਪੈਂਦਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ। 2043 ਤੱਕ ਆਬਾਦੀ ਹੋਰ ਵੀ ਜ਼ਿਆਦਾ ਵਧਣ ਦੇ ਆਸਾਰ ਹਨ। ਇੱਕ ਸਟੱਡੀ ਦੇ ਵਿੱਚ ਖੁਲਾਸਾ ਹੋਇਆ ਹੈ ਕਿ 2100 ਤੱਕ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਮਾਈਗ੍ਰੇਸ਼ਨ ਰੇਟ ਹੋਵੇਗਾ। ਇਸ ਦੇ ਨਾਲ ਹੀ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇੰਨੀ ਆਬਾਦੀ ਜਾਣੀ ਪੋਪੂਲੇਸ਼ਨ ਕੈਨੇਡਾ ਦੇ ਵਿੱਚ ਰਹੇਗੀ ਕਿੱਥੇ। ਅਗਲੇ 20 ਸਾਲਾਂ ਦੌਰਾਨ ਕੈਨੇਡਾ ਅੰਦਰ ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਆਉਣਗੇ ਪਰ ਇਹ ਕਿੱਥੇ ਰਹਿਣਗੇ ਇਹ ਸਵਾਲ ਬਣਿਆ ਹੋਇਆ ਹੈ। 2019 ਦੇ ਦੌਰਾਨ ਟੋਰਾਂਟੋ ਦੇ ਵਿੱਚ 1,17,000 ਨਿਊ ਕਮਰਸ ਆ ਕੇ ਵਸੇ। ਇਹ ਸਿਰਫ ਸ਼ਹਿਰ ਦੀ 1.8% ਆਬਾਦੀ ਨੂੰ ਰਿਪਰੈਜ਼ੈਂਟ ਕਰਦੇ ਹਨ। ਇੰਟਰਨੈਟ ਦੇ ਉੱਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਤਕਰੀਬਨ ਸਾਰੇ ਕੈਨੇਡੀਅਨ US ਬਾਰਡਰ ਦੇ 100 ਕਿਲੋਮੀਟਰ ਦਾਇਰੇ ਦੇ ਵਿੱਚ ਰਹਿੰਦੇ ਨੇ। ਕਦੇ-ਕਦੇ ਇਹ ਅੰਕੜਾ 80 ਜਾਂ ਫਿਰ 90% ਵੀ ਦੱਸਿਆ ਜਾਂਦਾ ਹੈ।
ਮੈਨੀਟੋਬਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਹੁਣ ਢਿੱਲ ਦਿੱਤੀ ਜਾਵੇਗੀ। ਪ੍ਰੀਮੀਅਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਰੀਓਪਨਿੰਗ ਪਲਾਨ ਲਿਆਂਦਾ ਜਾ ਰਿਹਾ ਹੈ। ਇਹ ਸਭ ਕੁਝ ਵੈਕਸੀਨੇਸ਼ਨ ਦੇ ਉੱਪਰ ਨਿਰਭਰ ਕਰਦਾ ਹੈ। ਜਿਵੇਂ ਹੀ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗੇਗੀ ਉਸੇ ਤਰ੍ਹਾਂ ਵੱਖ-ਵੱਖ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਇਕੱਠ ਦੇ ਨਾਲ ਸੰਬੰਧਿਤ ਢਿੱਲ ਦਾ ਵੀ ਐਲਾਨ ਹੋ ਸਕਦਾ ਹੈ, ਪਰ ਉਹ ਵੀ ਵੈਕਸੀਨੇਸ਼ਨ ਦੇ ਨਾਲ ਸੰਬੰਧੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦਿਆਂ। ਮੈਨੀਟੋਬਾ ਵੱਲੋਂ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ। ਪ੍ਰੀਮੀਅਰ ਵੱਲੋਂ ਬੋਲਦਿਆਂ ਜਾਣਕਾਰੀ ਦਿੱਤੀ ਗਈ ਕਿ ਇਹ ਰੀਓਪਨਿੰਗ ਪਲਾਨ ਇਸ ਦੇ ਉੱਪਰ ਨਿਰਭਰ ਕਰੇਗਾ ਕਿ ਮੈਨੀਟੋਬਾ ਦੇ ਵਿੱਚ ਕਿੰਨੀ ਫੀਸਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਟੀਚਾ ਤੈਅ ਕੀਤਾ ਗਿਆ ਹੈ ਕਿ 70% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ 25% ਆਬਾਦੀ ਨੂੰ ਦੂਸਰੀ ਸ਼ਾਟ ਲਗਾਈ ਜਾ ਚੁੱਕੀ ਹੋਵੇ। ਪ੍ਰੋਵਿੰਸ ਦਾ ਕਹਿਣਾ ਹੈ ਕਿ ਜੇਕਰ ਜੁਲਾਈ 1 ਦੌਰਾਨ ਟਾਰਗੇਟ ਪੂਰਾ ਹੋ ਗਿਆ ਤਾਂ ਇਕੱਠ ਦੇ ਨਾਲ ਸੰਬੰਧਿਤ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਪ੍ਰੋਵਿੰਸ ਦੇ ਵਿੱਚ ਜੇਕਰ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਫਰਸਟ ਡੋਜ਼ ਅਤੇ 50% ਦੀ ਆਬਾਦੀ ਨੂੰ ਦੋਨੋਂ ਡੋਜ਼ ਲੱਗ ਗਏ ਤਾਂ ਅਗਸਤ ਮਹੀਨੇ ਤੱਕ ਗੈਦਰਿੰਗ 50% ਦੀ ਹੋ ਸਕਦੀ ਹੈ। ਜੇਕਰ ਲੇਬਰ ਡੇ ਤੱਕ ਪ੍ਰੋਵਿੰਸ ਦੇ ਵਿੱਚ 80% ਦੀ ਆਬਾਦੀ ਨੂੰ ਕੋਵਿਡ-19 ਪਹਿਲੀ ਡੋਜ਼ ਅਤੇ 75% ਨੂੰ ਦੋਨੋਂ ਸ਼ਾਟਸ ਲੱਗ ਗਏ ਤਾਂ ਫਿਰ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਵਿੱਚ ਇਹ ਤਾਂ ਨਹੀਂ ਦੱਸਿਆ ਗਿਆ ਕਿ ਕਿਹੜੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਆਗਿਆ ਮਿਲੇਗੀ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਆਪਣੀ ਰੀਓਪਨਿੰਗ ਪਲਾਨ ਸਾਂਝੇ ਕੀਤੇ ਜਾ ਰਹੇ ਨੇ। ਇਹਨਾਂ ਰੀਓਪਨਿੰਗ ਪਲਾਨਾਂ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਟੀਚਾ ਤੈਅ ਕੀਤਾ ਜਾ ਰਿਹਾ ਹੈ ਤੇ ਹੁਣ ਮੈਨੀਟੋਬਾ ਵੱਲੋਂ ਵੀ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਰੀਓਪਨਿੰਗ ਪਲਾਨ ਪੇਸ਼ ਕੀਤਾ ਗਿਆ। ਲੰਡਨ ਓਨਟਾਰੀਓ ਦੇ ਵਿਕਟਮਸ ਦੇ ਲਈ ਸਰੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੀ ਹਾਂ, ਸ਼ੁੱਕਰਵਾਰ ਨੂੰ ਇੱਥੇ ਕੈਂਡਲ ਲਾਈਟ ਵਿਜਲ ਕਰਵਾਇਆ ਜਾ ਰਿਹਾ ਹੈ। ਓਨਟਾਰੀਓ ਦੇ ਵਿੱਚ ਇੱਕੋ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਕਿਉਂਕਿ ਉਹ ਮੁਸਲਮਾਨ ਸਨ, ਇਸ ਕਰਕੇ ਉਹਨਾਂ ਨੂੰ ਮਿੱਥ ਕੇ ਨਿਸ਼ਾਨਾ ਲਗਾਇਆ ਗਿਆ। ਇਸ ਤੋਂ ਬਾਅਦ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਉਹਨਾਂ ਦੇ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਰੀ ਦੇ ਵਿੱਚ ਵੀ ਹੁਣ ਅਜਿਹਾ ਹੀ ਕਰਵਾਇਆ ਜਾ ਰਿਹਾ ਹੈ। ਸਰੀ ਦੇ ਵਿੱਚ ਕੈਂਡਲ ਲਾਈਟ ਵਿਜਲ ਕਰਵਾਇਆ ਜਾ ਰਿਹਾ ਹੈ। ਇਹ ਕੈਂਡਲ ਲਾਈਟ ਵਿਜਲ ਉਹਨਾਂ ਵਿਕਟਮਸ ਦੇ ਲਈ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਪਰ ਲੰਡਨ ਓਨਟਾਰੀਓ ਦੇ ਵਿੱਚ ਟੈਰਰਿਸਟ ਅਟੈਕ ਕੀਤਾ ਗਿਆ। ਇਹ ਸਮਾਗਮ ਸ਼ੁੱਕਰਵਾਰ 11 ਜੂਨ ਨੂੰ ਕਰਵਾਇਆ ਜਾਵੇਗਾ, ਜਿਸ ਦੀ ਸ਼ੁਰੂਆਤ 7 ਵਜੇ ਹੋਵੇਗੀ ਜੋ ਕਿ 9:30 ਦੇ ਉੱਪਰ ਖਤਮ ਹੋਵੇਗਾ। ਇਹ ਕੈਂਡਲ ਲਾਈਟ ਵਿਜਲ ਸਰੀ ਦੇ ਹਾਲੈਂਡ ਪਾਰਕ 13428 ਓਲਡ ਯੇਲ ਰੋਡ ਦੇ ਉੱਪਰ ਕਰਵਾਇਆ ਜਾ ਰਿਹਾ ਹੈ। ਅਪੀਲ ਕੀਤੀ ਗਈ ਹੈ ਕਿ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਗੇ ਉਹ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਇਸ ਦੌਰਾਨ ਪਹੁੰਚਣ ਵਾਲਿਆਂ ਨੂੰ ਫਿਜ਼ੀਕਲ ਡਿਸਟੈਂਸਿੰਗ ਬਣਾਉਣ ਦੇ ਲਈ ਅਤੇ ਮਾਸਕ ਪਾਉਣ ਦੇ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਡਨ ਓਨਟਾਰੀਓ ਦੇ ਵਿੱਚ ਇੱਕ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ। ਇਹ ਹਮਲਾ ਟਾਰਗੇਟਡ ਸੀ ਕਿਉਂਕਿ ਪਰਿਵਾਰ ਮੁਸਲਿਮ ਸੀ, ਇਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਇੱਕੋ ਘਰ ਦੇ 4 ਜੀਆਂ ਦੀ ਮੌਤ ਹੋ ਗਈ। ਇੱਕ ਬੱਚਾ ਜੋ ਇਸ ਦੇ ਵਿੱਚ ਸਰਵਾਈਵ ਕੀਤਾ ਹਸਪਤਾਲ ਦੇ ਵਿੱਚ ਭਰਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਸੀ, ਜਿੱਥੇ ਉਹਨਾਂ ਵੱਲੋਂ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ। ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਇਹਨਾਂ ਵਿਕਟਮਸ ਦੇ ਵਾਸਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਹੁਣ ਸਰੀ ਦੇ ਵਿੱਚ ਵੀ ਇਹਨਾਂ ਦੇ ਵਾਸਤੇ ਪ੍ਰਦਰਸ਼ਨ ਕੀਤਾ ਜਾਵੇਗਾ। ਏਅਰ ਕੈਨੇਡਾ ਵੱਲੋਂ ਆਪਣੇ ਕਰਮਚਾਰੀ ਅਤੇ ਉਡਾਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕੰਪਨੀ ਵੱਲੋਂ 2600 ਤੋਂ ਵੱਧ EMPLOYEES ਨੂੰ ਵਾਪਸ ਬੁਲਾਇਆ ਜਾਏਗਾ। ਕੋਰੋਨਾ ਵਾਇਰਸ ਦੇ ਦੌਰਾਨ ਕਈ ਕਰਮਚਾਰੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਸੀ ਤੇ ਕਈ ਕਰਮਚਾਰੀਆਂ ਨੂੰ ਵਾਪਸ ਭੇਜਿਆ ਗਿਆ ਸੀ। ਹੁਣ ਜੋ ਉਡਾਨਾਂ ਸੰਬੰਧੀ ਡਿਮਾਂਡ ਹੈ ਉਸ ਨੂੰ ਪੂਰਾ ਕਰਨ ਦੇ ਵਾਸਤੇ 에ਅਰਲਾਈਨ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਏਅਰ ਕੈਨੇਡਾ ਵੱਲੋਂ 2600 ਤੋਂ ਵੱਧ EMPLOYEES ਨੂੰ ਵਾਪਸ ਬੁਲਾਇਆ ਜਾਵੇਗਾ। ਏਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਉਡਾਨਾਂ ਦੀ ਡਿਮਾਂਡ ਨੂੰ ਦੇਖਦਿਆਂ ਏਅਰਲਾਈਨ ਵੱਲੋਂ 2600 ਤੋਂ ਵੱਧ EMPLOYEES ਨੂੰ ਵਾਪਸ ਬੁਲਾਇਆ ਜਾਵੇਗਾ। ਏਅਰ ਕੈਨੇਡਾ ਦੇ ਸਪੋਕਸਮੈਨ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਵੈਕਸੀਨੇਸ਼ਨ ਵੱਧ ਲੱਗ ਰਹੀ ਹੈ, ਕੋਵਿਡ-19 ਦੇ ਮਾਮਲੇ ਵੀ ਘਟਣ ਲੱਗੇ ਨੇ ਤੇ ਸਰਕਾਰ ਵੱਲੋਂ ਵੀ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਏਅਰਲਾਈਨ ਨੈਟਵਰਕ ਨੂੰ ਫਿਰ ਤੋਂ ਰੀਬਿਲਡ ਕਰਨ ਦੇ ਵਾਸਤੇ ਉਹਨਾਂ ਵੱਲੋਂ ਹੁਣ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਕਿ ਯਾਤਰਾ ਦੀ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਦੌਰਾਨ ਏਅਰਲਾਈਨ ਵੱਲੋਂ 10,000 ਵਰਕਰਸ ਨੂੰ ਵਾਪਸ ਭੇਜਿਆ ਗਿਆ ਸੀ। ਇਸ ਦੇ ਵਿੱਚ 16,500 ਉਹ EMPLOYEES ਨੇ ਜੋ ਕ੍ਰਾਈਸਿਸ ਸ਼ੁਰੂ ਹੋਣ ਦੇ ਸਮੇਂ ਵਾਪਸ ਭੇਜੇ ਗਏ। ਅਪ੍ਰੈਲ ਮਹੀਨੇ ਏਅਰਲਾਈਨ ਵੱਲੋਂ ਓਟਵਾ ਦੇ ਨਾਲ ਇੱਕ ਐਗਰੀਮੈਂਟ ਕੀਤਾ ਗਿਆ।
$5.9 ਬਿਲੀਅਨ ਦਾ ਏਡ ਪੈਕੇਜ ਐਗਰੀਮੈਂਟ ਕੀਤਾ ਗਿਆ। ਇਸ ਤੋਂ ਬਾਅਦ ਹੁਣ 에ਅਰਲਾਈਨ ਸੰਬੰਧੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਉਨ੍ਹਾਂ ਵੱਲੋਂ ਆਪਣੇ ਵਾਪਸ ਭੇਜੇ ਗਏ EMPLOYEES ਨੂੰ ਮੁੜ ਤੋਂ ਬੁਲਾਇਆ ਜਾਵੇਗਾ। ओंटारियो ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਹਾਦਸਾ ਵਾਪਰਿਆ ਤੇ ਇੱਕ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸਕਾਈ ਡਾਈਵਰ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ। ਉਸ ਨੂੰ ਕੁਝ ਹੀ ਸਮੇਂ ਦੇ ਵਿੱਚ ਲੱਭ ਲਿਆ ਗਿਆ। ਫਿਲਹਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ओंटारियो इनिसविल ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ 1 ਵਜੇ ਤੋਂ ਕੁਝ ਸਮਾਂ ਪਹਿਲਾਂ ਸਕਾਈ ਡਾਈਵਰ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਆਸ-ਪਾਸ ਦੇ ਖੇਤਾਂ ਦੇ ਵਿੱਚ ਇਸ ਸਕਾਈ ਡਾਈਵਰ ਦੀ ਭਾਲ ਕੀਤੀ ਜਾਣੀ ਸ਼ੁਰੂ ਕੀਤੀ। ਇਨਿਸਵਿਲ ਫਾਇਰ ਡਿਪਟੀ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਕਟਮ ਨੂੰ ਕੁਝ ਹੀ ਸਮੇਂ ਦੇ ਦੌਰਾਨ ਲੱਭ ਲਿਆ ਗਿਆ। ਇਸ ਘਟਨਾ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਚੱਲ ਸਕਿਆ। ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿਸ ਦੀ ਮੌਤ ਹੋਈ ਹੈ, ਉਸ ਦੀ ਪਹਿਚਾਣ ਜਾਣੀ ਕਿ ਵਿਕਟਮ ਦੀ ਪਹਿਚਾਣ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਦੀ ਮੌਤ ਕਿਵੇਂ ਹੋਈ। ਫਿਲਹਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹੀ ਪਤਾ ਚੱਲਿਆ ਕਿ ਓਂਟਾਰੀਓ ਇਨਿਸਵਿਲ ਦੇ ਵਿੱਚ ਜੋ ਹਾਦਸਾ ਵਾਪਰਿਆ, ਉਸ ਦੇ ਵਿੱਚ ਇੱਕ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਸੀ ਕਿ ਇੱਕ ਸਕਾਈ ਡਾਈਵਰ ਲਾਪਤਾ ਹੈ, ਜਿਸ ਨੂੰ ਕੁਝ ਹੀ ਸਮੇਂ ਦੇ ਵਿੱਚ ਲੱਭ ਲਿਆ ਗਿਆ ਤੇ ਉਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਕੈਨੇਡਾ ਵੱਲੋਂ ਆਪਣੇ CEC ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਇੱਕੋ ਵਾਰ ਦੇ ਵਿੱਚ 6000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਪਰ ਇਸ ਡਰਾਅ ਦੇ ਵਿੱਚ CRS ਸਕੋਰ ਕਾਫੀ ਹੇਠਾਂ ਆ ਗਿਆ। ਇਸ ਡਰਾਅ ਦੇ ਵਿੱਚ CRS ਸਕੋਰ 668 ਰਿਹਾ। ਦੱਸ ਦਈਏ ਕਿ ਇਸ ਡਰਾਅ ਦਾ ਐਲਾਨ ਜੂਨ 10 ਨੂੰ ਕੀਤਾ ਗਿਆ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਕੈਨੇਡਾ ਵੱਲੋਂ CEC ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ CRS ਸਕੋਰ ਵੀ ਡ੍ਰੌਪ ਹੋਇਆ ਹੈ। ਇਸ ਡਰਾਅ ਦੇ ਵਿੱਚ ਜਿਸ ਦਾ ਐਲਾਨ ਜੂਨ 10 ਨੂੰ ਕੀਤਾ ਗਿਆ, 6000 ਤੋਂ ਵੱਧ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਜਿਨ੍ਹਾਂ ਦਾ ਸਕੋਰ ਘੱਟੋ-ਘੱਟ 368 ਸੀ। ਇਸ ਤੋਂ ਪਹਿਲਾਂ ਜੋ CEC ਡਰਾਅ ਐਲਾਨ ਕੀਤਾ ਗਿਆ ਸੀ, ਉਸ ਦੇ ਵਿੱਚ CRS ਸਕੋਰ 380 ਰਿਹਾ। ਕੈਨੇਡਾ ਵੱਲੋਂ ਜੋ ਇਸ ਸਾਲ ਦਾ ਇਮੀਗ੍ਰੇਸ਼ਨ ਟਾਰਗੇਟ ਮਿੱਥਿਆ ਗਿਆ ਹੈ, ਉਸ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੇ ਨੇ। ਕਈ ਐਕਸਪ੍ਰੈਸ ਐਂਟਰੀ ਅਤੇ PNP ਡਰਾਅ ਕੱਢੇ ਜਾ ਰਹੇ ਨੇ ਤਾਂ ਕਿ ਇਸ ਸਾਲ ਦੇ ਇਮੀਗ੍ਰੇਸ਼ਨ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ, ਜੋ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰਾ ਨਹੀਂ ਹੋ ਸਕਿਆ। ਇਸ ਵਾਰ ਜਿਹੜੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। 2021 ਦੇ ਦੌਰਾਨ ਐਕਸਪ੍ਰੈਸ ਐਂਟਰੀ ਮੈਨੇਜਡ ਪ੍ਰੋਗਰਾਮਸ ਦੇ ਤਹਿਤ 1,08,500 ਨਿਊ ਕਮਰਸ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਰਵਰੀ 13 ਨੂੰ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ 27,332 ਉਮੀਦਵਾਰਾਂ ਨੂੰ ਇੱਕੋ ਵਾਰ ਦੇ ਵਿੱਚ ਸੱਦੇ ਜਾਰੀ ਕੀਤੇ ਗਏ। ਇਨ੍ਹਾਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਕਈ ਵਾਰ CRS ਸਕੋਰ ਹੇਠਾਂ ਵੀ ਆਇਆ ਹੈ ਤੇ ਲਗਾਤਾਰ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਰਹੇ ਨੇ। ਅਮਰੀਕਾ ਵੱਲੋਂ 500 ਮਿਲੀਅਨ ਟੀਕੇ ਦਾਨ ਕੀਤੇ ਜਾਣਗੇ। ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਅਮਰੀਕਾ ਵੱਲੋਂ 500 ਮਿਲੀਅਨ ਫਾਈਜ਼ਰ ਟੀਕੇ ਦਾਨ ਕੀਤੇ ਜਾਣਗੇ। ਇਹ 100 ਦੇਸ਼ਾਂ ਨੂੰ ਡੋਨੇਟ ਕੀਤੇ ਜਾਣਗੇ। 2 ਸਾਲਾਂ ਦੇ ਵਿੱਚ ਇਹ ਕਾਰਵਾਈ ਹੋਏਗੀ। ਜਿਹੜੇ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਘੱਟ ਹੈ ਤੇ ਜਿਹੜੇ ਦੇਸ਼ਾਂ ਦੀ ਇਨਕਮ ਕਾਫੀ ਘੱਟ ਹੈ, ਉਹਨਾਂ ਨੂੰ ਇਹ ਡੋਨੇਟ ਕੀਤੇ ਜਾਣਗੇ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ US ਵੱਲੋਂ 500 ਮਿਲੀਅਨ ਕੋਵਿਡ-19 ਫਾਈਜ਼ਰ ਵੈਕਸੀਨ ਡੋਨੇਟ ਕੀਤੇ ਜਾਣਗੇ। ਬਾਈਡਨ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ 500 ਮਿਲੀਅਨ ਫਾਈਜ਼ਰ ਕੋਰੋਨਾ ਵਾਇਰਸ ਵੈਕਸੀਨ 100 ਕੰਟਰੀਆਂ ਨੂੰ ਭੇਜੇ ਜਾਣ, ਜੋ ਕਿ ਅਗਲੇ 2 ਸਾਲਾਂ ਦੇ ਵਿੱਚ ਭੇਜੇ ਜਾਣਗੇ। ਯੂਨਾਈਟਿਡ ਸਟੇਟ ਵੱਲੋਂ ਇਸ ਸਾਲ 200 ਮਿਲੀਅਨ ਸ਼ਾਟਸ ਭੇਜੇ ਜਾਣਗੇ ਤੇ ਬਾਕੀ 300 ਮਿਲੀਅਨ ਡੋਜ਼ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਭੇਜੇ ਜਾਣਗੇ। ਇਹ ਡੋਜ਼ ਉਹਨਾਂ 92 ਦੇਸ਼ਾਂ ਨੂੰ ਮਿਲਣਗੇ ਜਿਨ੍ਹਾਂ ਦੀ ਕਾਫੀ ਘੱਟ ਇਨਕਮ ਹੈ। ਇਹ ਡੋਨੇਸ਼ਨ ਕੋਵੈਕਸਿਨ ਪ੍ਰੋਗਰਾਮ ਦੇ ਜ਼ਰੀਏ ਭੇਜਿਆ ਜਾਵੇਗਾ। ਪਿਛਲੇ 4 ਹਫ਼ਤਿਆਂ ਤੋਂ ਵਾਈਟ ਹਾਊਸ ਵੱਲੋਂ ਇਸ ਡੀਲ ਦੇ ਨਾਲ ਸੰਬੰਧਿਤ ਨੈਗੋਸੀਏਸ਼ਨ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ ਮੋਡਰਨਾ ਵੈਕਸੀਨ ਦੇ ਸੰਬੰਧ ਦੇ ਵਿੱਚ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਮੌਜੂਦਾ ਸਮੇਂ ਅਮਰੀਕਾ ਦੇ ਵਿੱਚ 64% ਅਡਲਟਸ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਅਜਿਹੇ ਕਈ ਦੇਸ਼ ਨੇ ਜਿੱਥੇ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਘੱਟ ਹੈ। ਇਸ ਦੇ ਵਿੱਚ ਬ੍ਰਾਜ਼ੀਲ ਅਤੇ ਭਾਰਤ ਦਾ ਨਾਮ ਸ਼ਾਮਿਲ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਤਾਂ ਵੱਧ ਨੇ ਪਰ ਵੈਕਸੀਨੇਸ਼ਨ ਰੇਟ ਕਾਫੀ ਘੱਟ ਹੈ। ਇੰਨਾ ਹੀ ਨਹੀਂ, ਬਾਈਡਨ ਪ੍ਰਸ਼ਾਸਨ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੂਨ ਮਹੀਨੇ ਦੇ ਆਖਿਰ ਤੱਕ 80 ਮਿਲੀਅਨ ਡੋਜ਼ ਭੇਜੀਆਂ ਜਾਣਗੀਆਂ।
ਫਾਈਜ਼ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ 2021 ਦੇ ਦੌਰਾਨ ਉਹਨਾਂ ਵੱਲੋਂ 3 ਬਿਲੀਅਨ ਕੋਵਿਡ-19 ਸ਼ਾਟ ਤਿਆਰ ਕੀਤੇ ਜਾਣਗੇ ਅਤੇ ਅਗਲੇ ਸਾਲ ਇਸ ਨੂੰ ਵਧਾ ਕੇ 4 ਬਿਲੀਅਨ ਕੀਤਾ ਜਾਵੇਗਾ। ਐਗਰੀਮੈਂਟ ਦੇ ਤਹਿਤ ਅਮਰੀਕਾ ਵੱਲੋਂ ਫਾਈਜ਼ਰ ਵੈਕਸੀਨ ਤੋਂ 300 ਮਿਲੀਅਨ ਸ਼ਾਟਸ ਖਰੀਦੇ ਜਾ ਚੁੱਕੇ ਨੇ। ਟ੍ਰਾਂਜ਼ਿਟ ਵੱਲੋਂ ਇੱਕ ਖਾਸ ਜਾਣਕਾਰੀ ਉਡਾਨਾਂ ਦੇ ਨਾਲ ਸੰਬੰਧੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਜੂਨ 30 ਤੋਂ ਬਾਅਦ ਉਡਾਨਾਂ ਮੁੜ ਤੋਂ ਚਲਾਈਆਂ ਜਾ ਰਹੀਆਂ ਨੇ। ਜਦੋਂ ਪਹਿਲਾਂ ਇੱਕ ਅਪੀਲ ਕੀਤੀ ਗਈ ਸੀ ਓਟਵਾ ਵੱਲੋਂ ਕਿ ਉਡਾਨਾਂ ਰੋਕੀਆਂ ਜਾਣ, ਤਾਂ ਟ੍ਰਾਂਜ਼ਿਟ ਵੱਲੋਂ ਵੀ ਮੈਕਸੀਕੋ ਅਤੇ ਕੈਰੀਬੀਅਨ ਦੇ ਨਾਲ ਫਲਾਈਟਸ ਬੰਦ ਕੀਤੀਆਂ ਗਈਆਂ ਸਨ, ਪਰ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰ ਟ੍ਰਾਂਜ਼ਿਟ ਵੱਲੋਂ ਆਪਣੀਆਂ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੀ ਹਾਂ, ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੁਲਾਈ 30 ਨੂੰ ਮੁੜ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਜਨਵਰੀ 29 ਨੂੰ ਟਰੈਵਲ ਕੰਪਨੀ ਵੱਲੋਂ ਓਟਵਾ ਦੀ ਰਿਕੁਐਸਟ ਦੇ ਉੱਪਰ ਮੈਕਸੀਕੋ ਅਤੇ ਕੈਰੀਬੀਅਨ ਦੇ ਨਾਲ ਉਡਾਨਾਂ ਬੰਦ ਕੀਤੀਆਂ ਗਈਆਂ। ਇਸ ਦੌਰਾਨ 에ਅਰਲਾਈਨ ਨੂੰ ਕਾਫੀ ਘਾਟਾ ਵੀ ਝੱਲਣਾ ਪਿਆ। 에ਅਰਲਾਈਨ ਨੂੰ $69.6 ਮਿਲੀਅਨ ਦਾ ਘਾਟਾ ਪਿਆ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਪੈਂਡੈਮਿਕ ਦੇ ਦੌਰਾਨ ਕੰਪਨੀ ਨੂੰ $179.5 ਮਿਲੀਅਨ ਦਾ ਘਾਟਾ ਝੱਲਣਾ ਪਿਆ। ਕੰਪਨੀ ਦਾ ਰੈਵਨਿਊ ਵੀ ਘੱਟ ਹੋਇਆ। ਸੈਕੰਡ ਕੁਆਰਟਰ ਦੇ ਦੌਰਾਨ ਇਹ ਰੈਵਨਿਊ $7.6 ਮਿਲੀਅਨ ਰਿਹਾ, ਜੋ ਕਿ $571.3 ਮਿਲੀਅਨ ਤੋਂ ਹੇਠਾਂ ਆਇਆ। ਟ੍ਰਾਂਜ਼ਿਟ ਵੱਲੋਂ ਜੋ ਉਹਨਾਂ ਨੂੰ ਪੂਰਾ ਘਾਟਾ ਪਿਆ ਹੈ, ਉਸ ਦੇ ਨਾਲ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਹੁਣ ਇਸ 에ਅਰਲਾਈਨ ਵੱਲੋਂ ਮੁੜ ਤੋਂ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੁਲਾਈ ਮਹੀਨੇ ਦੇ ਆਖਿਰ ਤੋਂ ਇਹ ਉਡਾਨਾਂ ਚਲਾਈਆਂ ਜਾਣਗੀਆਂ, ਜੋ ਕਿ ਮੈਕਸੀਕੋ ਅਤੇ ਕੈਰੀਬੀਅਨ ਦੇ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਓਨਟਾਰੀਓ ਦੇ ਡੈਲਟਾ ਹੌਟਸਪੌਟ ਖੇਤਰਾਂ ਦੇ ਵਿੱਚ ਹੁਣ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਜਲਦ ਲਗਾਈ ਜਾਵੇਗੀ। ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਕੀ ਮੌਜੂਦਾ ਹਾਲਾਤ ਨੇ ਕੈਨੇਡਾ ਦੇ ਵਿੱਚ ਕੋਰੋਨਾ ਦੇ, ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਓਨਟਾਰੀਓ ਵੱਲੋਂ ਸੈਕੰਡ ਵੈਕਸੀਨ ਡੋਜ਼ ਉਹਨਾਂ ਖੇਤਰਾਂ ਦੇ ਵਿੱਚ ਤੇਜ਼ ਕੀਤੀ ਜਾਵੇਗੀ ਜਿਹੜੇ ਡੈਲਟਾ ਹੌਟਸਪੌਟਸ ਨੇ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 590 ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 11 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਜਿਨ੍ਹਾਂ ਵੱਲੋਂ ਮਈ 9 ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ, ਉਹ ਹੁਣ ਡੈਲਟਾ ਹੌਟਸਪੌਟਸ ਦੇ ਵਿੱਚ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਲਗਵਾ ਸਕਣਗੇ। ਇਹ ਖੇਤਰ ਹਨ ਟੋਰਾਂਟੋ ਪੀਲ ਰੀਜਨ, ਯਾਰਕ ਰੀਜਨ, ਹਾਲਟਨ ਰੀਜਨ, ਵਾਟਰਲੂ ਰੀਜਨ। ਓਨਟਾਰੀਓ ਦੇ ਵਿੱਚ 73.2% ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲਗਵਾ ਲਈ ਗਈ ਹੈ ਤੇ 11% ਆਬਾਦੀ ਨੂੰ ਦੋਨੋਂ ਵੈਕਸੀਨ ਡੋਜ਼ ਲੱਗ ਚੁੱਕੀਆਂ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 199 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ 3,72,476 ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 11,166 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 251 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 64 ਇੰਟੈਂਸਿਵ ਕੇਅਰ ਅਧੀਨ ਨੇ। ਕਿਊਬੈਕ ਦੇ ਵਿੱਚ 76% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗ ਚੁੱਕੀ ਹੈ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 251 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 6 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 14 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,862 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ 13.5 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਭਾਰੇ ਦੇ ਨਾਲ ਉਡਾਨਾਂ ਦੇ ਉੱਪਰ ਫੇਰ ਲੱਗੀ ਰੋਕ, 31 ਜੁਲਾਈ ਤੱਕ ਉਡਾਨਾਂ ਕੀਤੀਆਂ ਬੰਦ। ਕੈਨੇਡਾ ਅਮਰੀਕਾ ਬਾਰਡਰ ਰਹੇਗਾ ਬੰਦ, ਜੁਲਾਈ ਸ਼ੁਰੂ ਤੱਕ ਬਾਰਡਰ ਰਹਿ ਸਕਦਾ ਹੈ ਬੰਦ। 3 ਥਾਵਾਂ ਦੇ ਉੱਪਰ ਪੁਲਿਸ ਦੀ ਕਾਰਵਾਈ, ਹੱਥ ਲੱਗਾ ਵੱਡੀ ਮਾਤਰਾ ਦੇ ਵਿੱਚ ਨਸ਼ਾ, ਹਥਿਆਰ ਅਤੇ ਨਕਦੀ। ਕੈਨੇਡਾ ਦੇ ਵਿੱਚ ਕੁਝ ਸਾਲਾਂ ਦੌਰਾਨ ਵਧੇਗੀ ਆਬਾਦੀ ਵਧਣ ਦੇ ਨਾਲ ਘਟ ਰਹੀ ਰਹਿਣ ਦੀ ਜਗ੍ਹਾ। ਮੈਨੀਟੋਬਾ ਨੇ ਦਿੱਤੀ ਪਾਬੰਦੀਆਂ ਦੇ ਵਿੱਚ ਰਾਹਤ, ਸਾਂਝਾ ਕੀਤਾ ਢਿੱਲ ਦੇਣ ਦਾ ਪਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।